जय गुरु जी संगत जी। गुरु जी टुडे ब्लेसिंग्स चैनल पर आपका स्वागत है। अगर आप चैनल पर नए हैं तो चैनल को शेयर करें और सब्सक्राइब करें और साथ में लगे हुए बेल आइकॉन के बटन को प्रेस करके ऑल पर क्लिक कर दें ताकि डेली अपलोड होने वाली गुरु जी की ब्लेसिंग संगत जी आप तक पहुंच सके। संगत जी, अगर आप इंडिया या इंडिया से बाहर दुनिया के किसी भी कोने में रहते हैं और अपना सत्संग गुरु जी के इस प्यारे से चैनल पर अपलोड करवाना चाहते हैं, पूरी दुनिया की संगत के साथ शेयर करना चाहते हैं, तो डिस्क्रिप्शन बॉक्स में लिखे गए हमारे व्हाट्सअप नंबर और हमारे मोबाइल नंबर पर हमें कांटेक्ट कर सकते हैं या वॉइस मैसेज के रूप में अपना सत्संग रिकॉर्ड करके हमारे व्हाट्सअप नंबर पर हमें भेज सकते हैं ताकि हम गुरु जी के इस प्यारे चैनल पर आपका सत्संग अपलोड कर सकें। जय गुरु जी। संगत जी, आज का सत्संग बहुत अनूठा सत्संग है। ये सत्संग संगत जी पल पल हर क्षण हर कदम गुरु जी आपके साथ कैसे रहते हैं, ये सत्संग आपको उस चीज़ का एहसास कराता है कि संगत जी जैसे आप समझिए कि द्वापर युग में द्वापर युग के अंदर संगत जी भगवान कृष्ण ने अभिमन्यु की पत्नी उत्तरा के गर्भ में जाकर अभिमन्यु के पुत्र की रक्षा की थी जब ब्रह्मास्त्र चलाया गया था। संगत जी, जो काम उस समय पे ईश्वर ने उस रूप में आके किया, आज वही सारे काम संगत की कल्याण करने के सारे काम ईश्वर ने गुरु जी के रूप में आके हमारे लिए कर रहे हैं। हर क्षण हर पल हमारे लिए गुरु जी वो काम कर रहे हैं। संगत जी, ये सत्संग इतना सुंदर सत्संग है। ये सत्संग एक यूके में रहने वाली एक बिटिया का सत्संग है। उनकी मदर हमारे साथ शेयर कर रही हैं कि प्रेगनेंसी से लेके और बच्चे के जन्म तक गुरुजी कैसे एक एक क्षण गुरुजी ने उस बच्चे की रक्षा करी, उन आंटी के साथ रहे। ये सत्संग हमारे साथ शेयर किया संगत जी लुधियाना पंजाब से उषा गोयल आंटी जी ने। हाँ जी, लुधियाना पंजाब से उषा गोयल आंटी जी ने ये सत्संग हमारे साथ शेयर किया। चलिए सत्संग स्टार्ट करते हैं। जय गुरु जी। जय गुरु जी संगत जी। हुण मैं अपनी वड्डी बेटी जो कि यूके विच रहिंदी है ਉਸ ਦਾ ਸਤਸੰਗ ਸ਼ੇਅਰ ਕਰਦੀ ਹਾਂ ਕਿ ਕਿਵੇਂ ਗੁਰੂ ਜੀ ਨੇ ਮੇਰੀ ਬੇਟੀ ਦੀ ਪ੍ਰੈਗਨੈਂਸੀ ਤੋਂ ਲੈ ਕੇ ਡਿਲੀਵਰੀ ਦੇ ਟਾਈਮ ਆਪਣੀ ਪ੍ਰੈਜ਼ੈਂਸ ਫੀਲ ਕਰਵਾਈ, ਇੱਥੋਂ ਤੱਕ ਕਿ ਬਾਅਦ ਵਿੱਚ ਵੀ ਨਾਲ ਹੋਣ ਦਾ ਅਹਿਸਾਸ ਕਰਵਾਇਆ। ਮੇਰੀ ਬੇਟੀ ਅਤੇ ਉਸ ਦੀ ਪੂਰੀ ਫੈਮਿਲੀ ਨੂੰ ਗੁਰੂ ਜੀ ਉੱਤੇ ਬਹੁਤ ਵਿਸ਼ਵਾਸ ਹੈ। ਸੰਗਤ ਜੀ, ਗੁਰੂ ਜੀ ਦੀ ਕਿਰਪਾ ਨਾਲ ਮੇਰੀ ਬੇਟੀ ਨੇ ਜੁਲਾਈ 2021 ਵਿੱਚ ਕਨਸੀਵ ਕੀਤਾ ਸੀ। ਉਸ ਕੋਲ ਪਹਿਲਾਂ 9 ਸਾਲ ਦੀ ਬਹੁਤ ਪਿਆਰੀ ਬੇਟੀ ਹੈ। ਸੰਗਤ ਜੀ, ਸ਼ੁਰੂ ਵਿੱਚ ਬੇਟੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਸ ਤੋਂ ਘਰ ਦਾ ਕੰਮ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਉੱਥੇ ਮੇਡ ਵੀ ਆਸਾਨੀ ਨਾਲ ਨਹੀਂ ਮਿਲਦੀ, ਪਰ ਗੁਰੂ ਜੀ ਦੀ ਕਿਰਪਾ ਨਾਲ ਮੇਰੇ ਸਨ ਇਨ ਲਾ ਕੰਪਨੀ ਦਾ ਕੰਮ ਘਰੋਂ ਹੀ ਕਰ ਰਿਹਾ ਸੀ। ਜੇ ਉਸ ਨੂੰ ਕੰਪਨੀ ਜਾਣਾ ਪੈਂਦਾ ਤਾਂ ਬਹੁਤ ਹੀ ਮੁਸ਼ਕਿਲ ਹੋਣਾ ਸੀ। ਇਸ ਲਈ ਦੋਨੋਂ ਜਣੇ ਰਲ ਮਿਲ ਕੇ ਘਰ ਦਾ ਕੰਮ ਕਰ ਲੈਂਦੇ ਸੀ। ਕਦੇ ਖਾਣਾ ਬਾਹਰੋਂ ਵੀ ਆਰਡਰ ਕਰ ਲੈਂਦੇ ਸੀ। ਸੰਗਤ ਜੀ, ਇੱਕ ਦਿਨ ਮੇਰੀ ਬੇਟੀ ਨੇ ਫੋਨ ਕਰਕੇ ਕਿਹਾ ਕਿ ਮੰਮੀ ਜੀ, ਉਹਨਾਂ ਦੇ ਘਰ ਦੇ ਬਾਹਰ ਕਿਆ ਕੋਈ ਮਾਈਕ੍ਰੋਫੋਨ ਲਗਾ ਹੁਆ ਹੈ। ਮੈਂ ਬੇਟੀ ਨੂੰ ਪੁੱਛਿਆ ਕੀ ਗੱਲ ਹੋ ਗਈ ਬੇਟਾ, ਤਾਂ ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਮੰਮੀ ਕੱਲ ਉਸ ਦੀ ਤਬੀਅਤ ਠੀਕ ਨਾ ਹੋਣ ਕਰਕੇ ਡਿਨਰ ਬਣਾਉਣ ਲਈ ਦਿਲ ਨਹੀਂ ਕਰ ਰਿਹਾ ਸੀ। ਥੋੜੀ ਦੇਰ ਬਾਅਦ ਹੀ ਉਸਦੇ 2 ਫਰੈਂਡਸ ਆਪਣੇ ਘਰੋਂ ਖਾਣਾ ਲੈ ਕੇ ਆ ਗਏ। ਮੇਰੀ ਬੇਟੀ ਕਹਿੰਦੀ ਮੰਮੀ, ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੇਰਾ ਅੱਜ ਡਿਨਰ ਬਣਾਉਣ ਦਾ ਦਿਲ ਨਹੀਂ ਕਰ ਰਿਹਾ। ਮੈਂ ਬੇਟੀ ਨੂੰ ਕਿਹਾ ਬੇਟਾ, ਗੁਰੂ ਜੀ ਨੇ ਹੀ ਉਹਨਾਂ ਦੇ ਥਰੂ ਤੁਹਾਡੇ ਲਈ ਲੰਗਰ ਪ੍ਰਸ਼ਾਦ ਭੇਜਿਆ ਹੈ, ਕਿਉਂਕਿ ਗੁਰੂ ਜੀ ਦੀ ਮਹਿਮਾ ਅਪਰਮ ਅਪਾਰ ਹੈ। ਸੰਗਤ ਜੀ, ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਹਮੇਸ਼ਾ ਆਪਣੇ ਬੱਚਿਆਂ ਦੇ ਅੰਗ ਸੰਗ ਰਹਿੰਦੇ ਆ ਤੇ ਉਹ ਹਰ ਗੱਲ ਸੁਣ ਲੈਂਦੇ ਨੇ। ਅਗਲੇ ਦਿਨ ਵੀ ਉਹਨਾਂ ਨੂੰ ਖਾਣਾ ਨਹੀਂ ਬਣਾਉਣਾ ਪਿਆ। ਦੇਖੋ ਗੁਰੂ ਜੀ ਕਿਵੇਂ ਆਪਣੀ ਸੰਗਤ ਦਾ ਧਿਆਨ ਰੱਖਦੇ ਆ। ਸੰਗਤ ਜੀ, ਗੁਰੂ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਓਨਾ ਥੋੜਾ ਹੈ। ਉਸ ਤੋਂ ਬਾਅਦ 3-4 ਦਿਨ ਬਾਅਦ ਮੇਰੀ ਬੇਟੀ ਤੇ ਸੋਨੀਲਾ ਨੇ ਸੋਚਿਆ ਕਿ ਆਪਾਂ ਡੋਸਾ ਬੈਟਰ ਗ੍ਰਾਈਂਡ ਕਰਕੇ ਰੱਖ ਲਈਏ ਤਾਂ ਕਿ ਆਪਣੇ 2-3 ਦਿਨ ਆਸਾਨੀ ਨਾਲ ਨਿਕਲ ਜਾਣ। ਸੰਗਤ ਜੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਉਸੇ ਦਿਨ ਥੋੜੀ ਦੇਰ ਬਾਅਦ ਮੇਰੇ ਸਨ ਇਨ ਲਾ ਦੇ WhatsApp ਤੇ ਉਸਦੇ ਫਰੈਂਡ ਦਾ ਮੈਸੇਜ ਆ ਗਿਆ ਕਿ ਅਸੀਂ ਤੁਹਾਡੇ ਲਈ ਡੋਸਾ ਬੈਟਰ ਬਣਾ ਕੇ ਰੱਖ ਰਹੇ ਹਾਂ ਤਾਂ ਕਿ ਤੁਹਾਡੇ 7-8 ਦਿਨ ਆਰਾਮ ਨਾਲ ਨਿਕਲ ਜਾਣ। ਸੰਗਤ ਜੀ, ਗੁਰੂ ਜੀ ਤਾਂ ਅੰਤਰਯਾਮੀ ਨੇ, ਬਿਨਾਂ ਕੁਝ ਕਹੇ ਉਹਨਾਂ ਨੂੰ ਸਭ ਪਤਾ ਲੱਗ ਜਾਂਦਾ ਹੈ।
ਸਾਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ, ਕਿਉਂਕਿ ਗੁਰੂ ਜੀ ਹਰ ਪਲ ਆਪਣੀ ਸੰਗਤ ਦੇ ਨਾਲ ਹੀ ਹੁੰਦੇ ਆ ਤੇ ਕਿਵੇਂ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਆ। ਸੰਗਤ ਜੀ, ਡਿਊਰਿੰਗ ਪ੍ਰੈਗਨੈਂਸੀ ਬੇਟੀ ਦਾ ਬੀਪੀ ਬਹੁਤ ਹਾਈ ਰਹਿੰਦਾ ਸੀ। 7ਵੇਂ ਮਹੀਨੇ ਦੇ ਸਟਾਰਟ ਵਿੱਚ ਬੇਟੀ ਦੇ ਪੈਰਾਂ ਉੱਤੇ ਸਵੈਲਿੰਗ ਆ ਗਈ। ਡਾਕਟਰ ਨੇ ਯੂਰਿਨ ਟੈਸਟ ਕਰਵਾਇਆ। ਯੂਰਿਨ ਟੈਸਟ ਦੀ ਰਿਪੋਰਟ ਵਿੱਚ ਪ੍ਰੋਟੀਨ ਦੀ ਵੈਲਿਊ ਜਿਹੜੀ 0 to 14 ਹੋਣੀ ਚਾਹੀਦੀ ਹੈ, ਉਹ 47 ਸੀ। ਇੰਨੀ ਜ਼ਿਆਦਾ ਵੈਲਿਊ ਹੋਣ ਨਾਲ ਪ੍ਰੀਮੈਚੁਰ ਡਿਲੀਵਰੀ ਹੋਣ ਦੇ ਚਾਂਸਿਸ ਹੁੰਦੇ ਆ। ਇਸ ਨੂੰ ਪ੍ਰੀਕਲੈਂਪਸੀਆ ਕਹਿੰਦੇ ਆ। ਸੰਗਤ ਜੀ, ਇਹ ਰਿਪੋਰਟ ਦੇਖ ਕੇ ਮੇਰੀ ਬੇਟੀ ਤੇ ਸਨ-ਇਨ-ਲਾ ਨੂੰ ਟੈਨਸ਼ਨ ਹੋ ਗਈ। ਬੇਟੀ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਰਿਪੋਰਟ ਆਈ ਹੈ। ਬੇਟੀ ਗੱਲ ਕਰਕੇ ਰੋਣ ਲੱਗ ਪਈ ਤੇ ਕਹਿਣ ਲੱਗੀ, ਮੰਮੀ 2-3 ਮਹੀਨੇ ਹਸਪੀਟਲ ਵਿੱਚ ਰੁਲਣਾ ਪਊਗਾ, ਬਹੁਤ ਮੁਸ਼ਕਿਲ ਹੋ ਜਾਊਗੀ। ਅਸੀਂ ਬੇਟੀ ਨੂੰ ਕਿਹਾ, ਬੇਟਾ ਟੈਨਸ਼ਨ ਨਾ ਕਰ, ਗੁਰੂ ਜੀ ਤੇ ਵਿਸ਼ਵਾਸ ਰੱਖੋ ਅਤੇ ਗੁਰੂ ਜੀ ਦਾ ਮੰਤਰ ਜਾਪ ਕਰਦੇ ਰਹੋ, ਗੁਰੂ ਜੀ ਹੀ ਕੁਝ ਕਰਨਗੇ। ਪਰ ਇਹ ਸੁਣ ਕੇ ਸਾਨੂੰ ਵੀ ਥੋੜੀ ਜਿਹੀ ਟੈਨਸ਼ਨ ਹੋ ਗਈ। ਸੰਗਤ ਜੀ, ਮੈਂ ਤਾਂ ਉਸੇ ਟਾਈਮ ਗੁਰੂ ਜੀ ਦੇ ਸਰੂਪ ਅੱਗੇ ਬੈਠ ਕੇ ਅਰਦਾਸ ਕੀਤੀ ਕਿ ਗੁਰੂ ਜੀ, ਬੇਟੀ ਦੀ ਪ੍ਰੀਮੈਚੁਰ ਡਿਲੀਵਰੀ ਨਹੀਂ ਹੋਣੀ ਚਾਹੀਦੀ। ਤੁਸੀਂ ਬੇਟੀ ਦੀ ਫੁੱਲ ਟਾਈਮ ਤੇ ਹੀ ਡਿਲੀਵਰੀ ਕਰਵਾਉਣਾ ਤੇ ਬੱਚਾ ਵੀ ਨਾਰਮਲ ਤੇ ਹੈਲਦੀ ਹੋਵੇ। ਸੰਗਤ ਜੀ, ਅਰਦਾਸ ਕਰਨ ਤੋਂ ਬਾਅਦ ਜਦੋਂ ਮੈਂ YouTube ਖੋਲ੍ਹਿਆ ਤਾਂ ਮੇਰੇ ਕੋਲੋਂ ਇੱਕ ਸਤਸੰਗ ਕਲਿੱਕ ਹੋ ਗਿਆ। ਸੰਗਤ ਜੀ, ਮੈਂ ਉਹ ਸਤਸੰਗ ਸੁਣਨਾ ਸ਼ੁਰੂ ਕਰ ਦਿੱਤਾ। ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਉਸ ਸਤਸੰਗ ਦੇ ਲਾਸਟ ਵਿੱਚ ਆਂਟੀ ਨੇ ਸੇਮ ਟੂ ਸੇਮ ਉਹੀ ਵਰਡਸ ਬੋਲੇ ਜੋ ਕਿ ਮੈਂ ਅਰਦਾਸ ਕਰਦੇ ਹੋਏ ਬੋਲੇ ਸੀ। ਆਂਟੀ ਨੇ ਕਿਹਾ ਕਿ ਗੁਰੂ ਜੀ, ਉਸ ਦੀ ਇਸ ਵਾਰ ਪ੍ਰੀਮੈਚੁਰ ਡਿਲੀਵਰੀ ਨਹੀਂ ਹੋਣੀ ਚਾਹੀਦੀ, ਫੁੱਲ ਟਾਈਮ ਤੇ ਹੀ ਡਿਲੀਵਰੀ ਕਰਵਾਉਣਾ ਤੇ ਬੱਚਾ ਵੀ ਹੈਲਦੀ ਹੋਵੇ, ਕਿਉਂਕਿ ਉਸ ਆਂਟੀ ਦੇ ਪਹਿਲਾਂ ਵੀ ਪ੍ਰੀਮੈਚੁਰ ਟਵਿੰਸ ਗਰਲ ਹੋਈਆਂ ਸੀ। ਇਸ ਲਈ ਗੁਰੂ ਜੀ ਨੇ ਉਸ ਆਂਟੀ ਦੀ ਫੁੱਲ ਟਾਈਮ ਤੇ ਹੀ ਡਿਲੀਵਰੀ ਕਰਵਾਈ ਸੀ। ਸੰਗਤ ਜੀ, ਗੁਰੂ ਜੀ ਨੇ ਉਸ ਆਂਟੀ ਦਾ ਸਤਸੰਗ ਸੁਣਵਾ ਕੇ ਮੈਨੂੰ ਆਨਸਰ ਦੇ ਦਿੱਤਾ ਕਿ ਫੁੱਲ ਟਾਈਮ ਤੇ ਹੀ ਡਿਲੀਵਰੀ ਹੋਊਗੀ, ਤੂੰ ਟੈਨਸ਼ਨ ਨਾ ਕਰ। ਸੰਗਤ ਜੀ, ਡਾਕਟਰ ਨੇ ਯੂਰਿਨ ਦੀ ਰਿਪੋਰਟ ਦੇਖ ਕੇ ਬੇਟੀ ਨੂੰ ਕਹਿ ਦਿੱਤਾ ਕਿ ਤੁਹਾਡੀ ਪ੍ਰੋਟੀਨ ਦੀ ਵੈਲਿਊ ਬਹੁਤ ਜ਼ਿਆਦਾ ਹੈ, ਸ਼ਾਇਦ ਪ੍ਰੀਮੈਚੁਰ ਡਿਲੀਵਰੀ ਕਰਨੀ ਪਊਗੀ। ਸੀਨੀਅਰ ਡਾਕਟਰ ਨੇ ਕਿਹਾ, ਇੱਕ ਵਾਰ ਫੇਰ ਯੂਰਿਨ ਟੈਸਟ ਕਰਵਾ ਲਓ। ਸੰਗਤ ਜੀ, ਬੇਟੀ ਨੇ ਦੁਬਾਰਾ ਯੂਰਿਨ ਟੈਸਟ ਕਰਵਾਇਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਪ੍ਰੋਟੀਨ ਦੀ ਵੈਲਿਊ ਜਿਹੜੀ ਪਹਿਲਾਂ 47 ਸੀ, ਦੁਬਾਰਾ ਯੂਰਿਨ ਟੈਸਟ ਕਰਵਾਉਣ ਨਾਲ ਉਸ ਦੀ ਵੈਲਿਊ ਨੈਗੇਟਿਵ ਆ ਗਈ। ਕਿਸ ਤਰ੍ਹਾਂ ਮੇਰੇ ਗੁਰੂ ਜੀ ਨੇ ਰਿਪੋਰਟ ਹੀ ਬਦਲ ਦਿੱਤੀ ਅਤੇ ਸਾਰੀ ਪਰੇਸ਼ਾਨੀ ਦੂਰ ਕਰ ਦਿੱਤੀ। ਅਸੀਂ ਤਾਂ ਗੁਰੂ ਜੀ ਦਾ ਅਨੰਤਮ ਸ਼ੁਕਰਾਨਾ ਕੀਤਾ। ਇਸ ਤੋਂ ਬਾਅਦ ਬੇਟੀ ਨੂੰ ਬੀਪੀ ਦੇ ਨਾਲ ਜੈਸਟੇਸ਼ਨਲ ਡਾਇਬਟੀਜ਼, ਜੋ ਪ੍ਰੈਗਨੈਂਸੀ ਵਿੱਚ ਡਾਇਬਟੀਜ਼ ਹੁੰਦੀ ਹੈ, ਉਹ ਹੋ ਗਈ। ਡਾਕਟਰ ਨੇ ਬੀਪੀ ਅਤੇ ਸ਼ੂਗਰ ਦੀ ਮੈਡੀਸਨ ਲੈਣ ਨੂੰ ਕਿਹਾ। ਮੈਡੀਸਨ ਦੇ ਨਾਲ ਵੀ ਸ਼ੂਗਰ ਨਾਰਮਲ ਨਹੀਂ ਹੋਈ। ਡਾਕਟਰ ਨੇ ਮੈਡੀਸਨ ਵੀ ਅਤੇ ਇਨਸੂਲਿਨ ਦਾ ਇੰਜੈਕਸ਼ਨ ਵੀ ਲਗਾਉਣ ਨੂੰ ਕਿਹਾ। ਬੇਟੀ ਨੂੰ ਟੈਨਸ਼ਨ ਹੋ ਗਈ ਕਿ ਹੁਣ ਇੰਜੈਕਸ਼ਨ ਵੀ ਲਗਵਾਉਣਾ ਪਊਗਾ। ਸੰਗਤ ਜੀ, ਅਗਲੇ ਦਿਨ ਮੈਨੂੰ WhatsApp ਗਰੁੱਪ ਤੇ ਗੁਰੂ ਜੀ ਦਾ ਮੈਸੇਜ ਦਿਖਿਆ ਕਿ ਤੁਸੀਂ ਟੈਨਸ਼ਨ ਨਾ ਕਰੋ, ਸਭ ਮੇਰੀ ਦੇਖ ਰੇਖ ਵਿੱਚ ਹੀ ਹੋ ਰਿਹਾ ਹੈ। ਸੰਗਤ ਜੀ, 9ਵੇਂ ਮਹੀਨੇ ਦੇ ਸੈਕਿੰਡ ਵੀਕ ਵਿੱਚ ਬੇਟੀ ਦੇ ਪੇਨਸ ਸਟਾਰਟ ਹੋ ਗਈਆਂ। ਇਸ ਲਈ ਮੇਰਾ ਸਨ-ਇਨ-ਲਾ ਉਸ ਨੂੰ ਹਸਪੀਟਲ ਲੈ ਗਿਆ। ਸੰਗਤ ਜੀ, ਉਸ ਟਾਈਮ ਮੈਂ ਗੁਰੂ ਜੀ ਕੋਲ ਅਰਦਾਸ ਕੀਤੀ ਕਿ ਗੁਰੂ ਜੀ, ਮੈਂ ਬੇਟੀ ਕੋਲ ਨਹੀਂ ਜਾ ਸਕਦੀ, ਕਿਉਂਕਿ ਮੈਨੂੰ 2 ਵਾਰ ਸਲਿਪ ਡਿਸਕ ਦੀ ਪ੍ਰੋਬਲਮ ਹੋ ਚੁੱਕੀ ਹੈ, ਜਿਸ ਕਾਰਨ ਮੈਂ ਜ਼ਿਆਦਾ ਸਫ਼ਰ ਨਹੀਂ ਕਰ ਸਕਦੀ ਤੇ ਨਾ ਹੀ ਬੇਟੀ ਦੇ ਇਨ-ਲਾਜ਼ ਵੀ ਜਾ ਸਕਦੇ ਆ, ਕਿਉਂਕਿ ਉਹਨਾਂ ਦੇ ਕੋਵਿਡ ਵੈਕਸੀਨੇਸ਼ਨ ਦੀ ਫਸਟ ਡੋਜ਼ ਹੀ ਲੱਗੀ ਸੀ। ਸੰਗਤ ਜੀ, ਉਸ ਦਿਨ ਮੈਂ ਗੁਰੂ ਜੀ ਕੋਲ ਅਰਦਾਸ ਕੀਤੀ ਕਿ ਗੁਰੂ ਜੀ, ਤੁਸੀਂ ਹੀ ਆਪਣੀ ਬੇਟੀ ਦਾ ਧਿਆਨ ਰੱਖਣਾ, ਕਿਉਂਕਿ ਤੁਸੀਂ ਤਾਂ ਸਭ ਦੇ ਹੀ ਮਾਂ-ਬਾਪ ਹੋ। ਸੰਗਤ ਜੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਰਦਾਸ ਕਰਨ ਤੋਂ ਬਾਅਦ ਜਦੋਂ ਮੈਂ YouTube ਖੋਲ੍ਹਿਆ ਤਾਂ ਉਸ ਤੇ ਗੁਰਬਾਣੀ ਸ਼ਬਦ ਆ ਗਿਆ, ਜੋ ਕਿ ਪਟਿਆਲਾ ਵਾਲੇ ਭਾਈ ਜਸਕਰਨ ਸਿੰਘ ਜੀ ਦਾ ਗਾਇਆ ਹੋਇਆ ਸੀ। ਉਸ ਸ਼ਬਦ ਦੀਆਂ 2 ਲਾਈਨਾਂ ਮੈਂ ਤੁਹਾਨੂੰ ਸੁਣਾਉਂਦੀ ਹਾਂ। सबना का माँ प्यो आप हैं, माँ प्यो आप हैं, सबना का माँ प्यो आप हैं,
माँ प्यो आप हैं, आपे सार करे, आपे सार करे सबना का, माँ प्यो आप हैं, माँ प्यो आप हैं। संगत जी, मैं ਇਹ ਸ਼ਬਦ ਪਹਿਲੀ ਵਾਰ ਹੀ ਸੁਣਿਆ ਸੀ। ਗੁਰੂ ਜੀ ਨੇ ਇਹ ਸ਼ਬਦ ਸੁਣਵਾ ਕੇ ਮੈਨੂੰ ਆਨਸਰ ਦੇ ਦਿੱਤਾ ਕਿ ਤੂੰ ਟੈਨਸ਼ਨ ਨਾ ਕਰ, ਮੈਂ ਆਪੇ ਹੀ ਆਪਣੀ ਬੇਟੀ ਦਾ ਧਿਆਨ ਰੱਖੂੰਗਾ। ਸੰਗਤ ਜੀ, ਉਸ ਦਿਨ ਡਾਕਟਰ ਨੇ ਚੈੱਕ ਕਰਕੇ ਕਿਹਾ ਕਿ ਇਹ ਫਾਲਸ ਪੇਨਸ ਆ ਤੇ ਡਾਕਟਰ ਨੇ 4-5 ਘੰਟੇ ਬਾਅਦ ਬੇਟੀ ਨੂੰ ਘਰ ਭੇਜ ਦਿੱਤਾ ਤੇ 22 ਅਪ੍ਰੈਲ 2022 ਨੂੰ ਸਿਜੇਰੀਅਨ ਡਿਲੀਵਰੀ ਲਈ ਡੇਟ ਦੇ ਦਿੱਤੀ ਅਤੇ ਕਿਹਾ ਜੇ ਐਮਰਜੈਂਸੀ ਹੋਈ ਤਾਂ ਹੀ ਪਹਿਲਾਂ ਡਿਲੀਵਰੀ ਕਰਾਂਗੇ ਕਿਉਂਕਿ ਬੱਚੇ ਦੀ ਗਰੋਥ ਘੱਟ ਹੈ। ਸੰਗਤ ਜੀ, ਮੇਰਾ ਬੇਟਾ ਵੀ ਲਾਸਟ ਈਅਰ ਮਾਸਟਰਸ ਕਰਨ ਲਈ ਲੰਡਨ ਗਿਆ ਸੀ। ਉਹ ਉੱਥੇ ਹੋਸਟਲ ਵਿੱਚ ਰਹਿ ਰਿਹਾ ਸੀ, ਪਰ ਗੁਰੂ ਜੀ ਦੀ ਮਿਹਰ ਦੇਖੋ, ਬੇਟੀ ਦੀ ਡਿਲੀਵਰੀ ਤੋਂ 10-15 ਦਿਨ ਪਹਿਲਾਂ ਮੇਰਾ ਬੇਟਾ ਉਹਨਾਂ ਦੇ ਕੋਲ ਆ ਗਿਆ ਕਿਉਂਕਿ ਉਹ ਘਰ ਬੈਠ ਕੇ ਆਪਣਾ ਪ੍ਰੋਜੈਕਟ ਵਗੈਰਾ ਬਣਾ ਸਕਦਾ ਸੀ। ਬੇਟੇ ਦੇ ਆਉਣ ਤੋਂ ਮੇਰੀ ਬੇਟੀ ਤੇ ਸਨ-ਇਨ-ਲਾ ਨੂੰ ਹੌਸਲਾ ਹੋ ਗਿਆ ਕਿ ਚਲੋ ਕੋਈ ਤਾਂ ਆਪਣਾ ਹੈ ਉਹਨਾਂ ਦੇ ਕੋਲ। ਪਰ ਸੰਗਤ ਜੀ, ਤੁਹਾਨੂੰ ਪਤਾ ਹੈ ਕਿ ਡਿਲੀਵਰੀ ਦੇ ਟਾਈਮ ਅਤੇ ਉਸ ਤੋਂ ਬਾਅਦ ਵੀ ਇੱਕ ਲੇਡੀ ਦਾ ਹੋਣਾ ਕਿੰਨਾ ਜ਼ਰੂਰੀ ਹੁੰਦਾ ਹੈ। ਸੰਗਤ ਜੀ, 22 ਅਪ੍ਰੈਲ 2022 ਨੂੰ ਗੁਰੂ ਜੀ ਨੇ ਮੇਰੀ ਬੇਟੀ ਨੂੰ ਬਹੁਤ ਪਿਆਰੀ ਬੱਚੀ ਬਲੈਸ ਕੀਤੀ। ਗੁਰੂ ਜੀ ਦੀ ਮਿਹਰ ਨਾਲ ਮੇਰੇ ਸਨ-ਇਨ-ਲਾ ਤੇ ਮੇਰੇ ਬੇਟੇ ਨੇ ਕਿਸੇ ਨਾ ਕਿਸੇ ਤਰ੍ਹਾਂ ਰਲ ਮਿਲ ਕੇ ਘਰ ਦਾ ਕੰਮ ਸੰਭਾਲਿਆ। ਸ਼ੁਕਰਾਨਾ ਗੁਰੂ ਜੀ, ਤੁਸੀਂ ਕਿਸ ਤਰ੍ਹਾਂ ਬੇਟੀ ਦਾ ਔਖਾ ਟਾਈਮ ਕਢਵਾਇਆ। ਸੰਗਤ ਜੀ, ਡਿਲੀਵਰੀ ਤੋਂ ਬਾਅਦ ਬੇਟੀ ਦੀ ਸ਼ੂਗਰ ਠੀਕ ਹੋ ਗਈ ਅਤੇ ਡਿਲੀਵਰੀ ਤੋਂ 17-18 ਦਿਨ ਬਾਅਦ ਮੈਂ ਬੇਟੀ ਨੂੰ ਫੋਨ ਕਰਕੇ ਕਿਹਾ, ਬੇਟਾ ਜੇ ਬੀਪੀ ਠੀਕ ਹੈ ਤਾਂ ਖਾਣ ਲਈ ਕਿਸੇ ਕੋਲੋਂ ਥੋੜੀ ਜਿਹੀ ਪੰਜੀਰੀ ਬਣਵਾ ਲੈ। ਬੇਟੀ ਨੇ ਕਿਹਾ, ਮੰਮੀ 5-10 ਦਿਨ ਬਾਅਦ ਮੈਂ ਆਪੇ ਹੀ ਪੰਜੀਰੀ ਬਣਾਉਣ ਲਈ ਟਰਾਈ ਕਰੂੰਗੀ, ਤੁਸੀਂ ਮੈਨੂੰ WhatsApp ਤੇ ਲਿਖ ਕੇ ਸੈਂਡ ਕਰ ਦੇਣਾ ਕਿ ਪੰਜੀਰੀ ਵਿੱਚ ਕੀ ਕੁਛ ਪੈਂਦਾ ਹੈ। ਸੰਗਤ ਜੀ, ਗੁਰੂ ਜੀ ਨੇ ਪੰਜੀਰੀ ਵਾਲੀ ਗੱਲ ਵੀ ਸੁਣ ਲਈ ਤੇ ਅਗਲੇ ਦਿਨ ਹੀ ਉਸ ਦੀ ਫਰੈਂਡ ਦੇ ਥਰੂ ਪੰਜੀਰੀ ਵੀ ਭਿਜਵਾ ਦਿੱਤੀ। ਸੰਗਤ ਜੀ, ਗੁਰੂ ਜੀ ਆਪਣੀ ਸੰਗਤ ਦਾ ਕਿੰਨਾ ਖਿਆਲ ਰੱਖਦੇ ਆ। ਗੁਰੂ ਜੀ ਤਾਂ ਹਮੇਸ਼ਾ ਅੰਗ ਸੰਗ ਰਹਿੰਦੇ ਆ, ਆਪਣੇ ਬੱਚਿਆਂ ਦੇ ਨਾਲ ਰਹਿੰਦੇ ਹਮੇਸ਼ਾ। ਸੰਗਤ ਜੀ, ਡਿਲੀਵਰੀ ਤੋਂ ਸਵਾ ਮਹੀਨੇ ਬਾਅਦ 12 ਜੂਨ 2022 ਨੂੰ ਜਦੋਂ ਮੇਰੀ ਬੇਟੀ ਪਹਿਲੀ ਵਾਰ ਬੱਚੇ ਨੂੰ ਲੈ ਕੇ ਘਰੋਂ ਬਾਹਰ ਗਈ ਤਾਂ ਉਹ ਵੀ ਗੁਰੂ ਜੀ ਦੇ ਸਤਸੰਗ ਵਿੱਚ ਹੀ ਗਈ ਕਿਉਂਕਿ 4-5 ਦਿਨ ਪਹਿਲਾਂ ਗੁਰੂ ਜੀ ਨੇ ਹੀ ਇੱਕ ਸੰਗਤ ਦੇ ਥਰੂ ਉਸ ਨੂੰ ਸਤਸੰਗ ਦਾ ਮੈਸੇਜ ਭਿਜਵਾਇਆ ਸੀ। ਸੰਗਤ ਜੀ, ਮੇਰੀ ਬੇਟੀ, ਸਨ-ਇਨ-ਲਾ ਤੇ ਦੋਨੋਂ ਬੱਚੇ ਸਤਸੰਗ ਵਿੱਚ ਗਏ। ਉਹਨਾਂ ਨੇ ਪੂਰਾ ਸਤਸੰਗ ਅਟੈਂਡ ਕੀਤਾ ਤੇ ਲੰਗਰ ਪ੍ਰਸ਼ਾਦ ਵੀ ਖਾਇਆ। ਉੱਥੇ ਮੇਰੀ ਬੇਟੀ ਅਤੇ ਗ੍ਰੈਂਡ ਡਾਟਰ ਨੇ ਸਤਸੰਗ ਵੀ ਸ਼ੇਅਰ ਕੀਤਾ। ਸੰਗਤ ਜੀ, ਗੁਰੂ ਜੀ ਦੀ ਮਿਹਰ ਨਾਲ ਛੋਟੀ ਬੱਚੀ ਵੀ ਬਿਲਕੁਲ ਚੁੱਪਚਾਪ ਰਹੀ, ਉਹਨੇ ਬਿਲਕੁਲ ਵੀ ਤੰਗ ਨਹੀਂ ਕੀਤਾ। ਸੰਗਤ ਜੀ, ਸਤਸੰਗ ਖਤਮ ਹੋਣ ਤੋਂ ਬਾਅਦ ਜਿਸ ਆਂਟੀ ਦੇ ਘਰ ਸਤਸੰਗ ਹੋਇਆ ਸੀ ਉਸ ਆਂਟੀ ਨੇ ਛੋਟੀ ਬੱਚੀ ਨੂੰ ਸ਼ਗਨ ਵੀ ਦਿੱਤਾ। ਸੰਗਤ ਜੀ, ਗੁਰੂ ਜੀ ਦੇ ਦਰਬਾਰ ਵਿੱਚ ਸ਼ਗਨ ਮਿਲਣਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਬਲੈਸਿੰਗ ਹੈ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਹੁਣ ਮੈਂ ਸੁੱਖੀ ਆਂਟੀ ਦਾ ਗਾਇਆ ਹੋਇਆ ਇੱਕ ਭਜਨ ਸੁਣਾਨੀ ਹਾਂ। ਮੇਰੇ ਗੁਰੂ ਜੀ ਪਾਲਨਹਾਰ ਅੰਗ ਸੰਗ ਰਹਿੰਦੇ ਨੇ, ਮੇਰੇ ਗੁਰੂ ਜੀ ਪਾਲਨਹਾਰ ਅੰਗ ਸੰਗ ਰਹਿੰਦੇ ਨੇ, ਜਦ ਸਜਦਾ ਏ ਦਰਬਾਰ ਅੰਗ ਸੰਗ ਰਹਿੰਦੇ ਨੇ, ਮੇਰੇ ਗੁਰੂ ਜੀ ਪਾਲਨਹਾਰ ਅੰਗ ਸੰਗ ਰਹਿੰਦੇ ਨੇ। ਮਹਿਮਾ ਅਪਾਰ ਉਹਨਾਂ ਦੀ ਕਣ ਕਣ ਦੇ ਵਿੱਚ ਵਸਦੇ ਨੇ, ਉਹ ਖੁਸ਼ੀਆਂ ਦੇ ਨਾਲ ਭਰਦੇ ਨੇ ਝੋਲੀ, ਸਭ ਤੇ ਮਿਹਰਾਂ ਰੱਖਦੇ ਨੇ, ਉਹ ਸਦਾ ਕਰਦੇ ਪਰ ਉਪਕਾਰ ਅੰਗ ਸੰਗ ਰਹਿੰਦੇ ਨੇ, ਮੇਰੇ ਗੁਰੂ ਜੀ ਪਾਲਨਹਾਰ ਅੰਗ ਸੰਗ ਰਹਿੰਦੇ ਨੇ, ਜਦ ਸਜਦਾ ਏ ਦਰਬਾਰ ਅੰਗ ਸੰਗ ਰਹਿੰਦੇ ਨੇ।
जे कोई दुखिया दर ते आवे अपना शीश झुकांदा ए। जे कोई दुखिया दर ते आके अपना शीश झुकांदा ए। ऐसी लीला कर देंदे ने मंगियां मुरादां पांदा ए। ऐसी लीला कर देंदे ने मंगियां मुरादां पांदा ए। दिन दे तपदे हिरदे ठार अंग संग रहिंदे ने मेरे गुरु जी पालनहार अंग संग रहिंदे ने। जद सजदा ए दरबार अंग संग रहिंदे ने। हक सच दी जो करन कमाई गुरु मेरे नू प्यारे ने। बेड़े डुबदे लांदे पार अंग संग रहिंदे ने मेरे गुरु जी पालनहार अंग संग रहिंदे ने। जद सजदा ए दरबार अंग संग रहिंदे ने मेरे गुरु जी पालनहार अंग संग रहिंदे ने। मेरे गुरु जी पालनहार अंग संग रहिंदे ने। जय गुरु जी, शुकराना गुरु जी।